ਹੈਲੋ ਸਟੂਡੈਂਟਸ, ਅਸੀਂ ਬੇਸਿਕ ਸਟੈਟਿਸਟਿਕਸ ਦੀਆਂ ਸੀਰੀਜ਼ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਕੈਲਕੂਲੇਸ਼ਨ ਆਫ ਮੀਨ ਸ਼ੁਰੂ ਕੀਤੀ ਹੋਈ ਆ ਅਤੇ ਉਹਦਾ ਜਿਹੜਾ ਡਾਇਰੈਕਟ ਮੈਥਡ ਉਹ ਪਿਛਲੀ ਵੀਡੀਓ ਦੇ ਵਿੱਚ ਕਰ ਚੁੱਕੇ। ਅੱਜ ਅਸੀਂ ਕਰ ਰਹੇ ਹਾਂ ਅਜ਼ਿਊਮਡ ਮੀਨ ਮੈਥਡ, ਜਿਹਨੂੰ ਸ਼ਾਰਟਕਟ ਮੈਥਡ ਵੀ ਬੋਲਦੇ ਨੇ। ਤਾਂ ਇਹ ਮੈਥਡ ਵੀ ਦੋ ਤਰੀਕਿਆਂ ਨਾਲ ਗਰੁੱਪਡ ਅਤੇ ਅਨਗਰੁੱਪਡ ਡਾਟੇ ਦੇ ਰਾਹੀਂ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਅਨਗਰੁੱਪਡ ਡਾਟਾ ਹੈ ਜਿਹੜਾ ਉਹਦੇ ਰਾਹੀਂ ਦੇਖਦੇ ਹਾਂ, ਅਤੇ ਗਰੁੱਪਡ ਡਾਟਾ ਹੈ ਜਿਹੜਾ ਉਹਦੇ ਵੀ ਦੋ ਮੈਥਡ ਨੇ ਅੱਗੇ। ਤਾਂ ਅੱਜ ਜਿਹੜਾ ਅਜ਼ਿਊਮਡ ਮੀਨ ਮੈਥਡ ਹੈ ਇਹਦੇ ਵਿੱਚ ਤੁਹਾਨੂੰ ਤਿੰਨ ਜਿਹੜੇ ਤਰੀਕੇ ਨੇ ਉਹ ਸਵਾਲਾਂ ਦੇ ਦੱਸੇ ਜਾਣਗੇ। ਤਾਂ ਪਹਿਲੀ ਐਗਜ਼ਾਮਪਲ ਸਾਡੀ ਗਰੁੱਪਡ ਡਾਟੇ ਅਨਗਰੁੱਪਡ ਡਾਟੇ ਦੀ ਹੈ। ਰਾਹ ਸਕੋਰਸ ਨੇ ਸਾਡੇ ਕੋਲ, ਪੋਕਟ ਅਲਾਊਂਸ ਸਟੂਡੈਂਟਸ ਦਿੱਤੇ ਹੋਏ ਨੇ 10 ਸਟੂਡੈਂਟਸ ਦੇ ਰੁਪਈਆਂ ਦੇ ਵਿੱਚ। ਤਾਂ ਇਹ ਐਗਜ਼ਾਮਪਲ ਆ ਤੁਹਾਡੀ। ਇਸ ਤੋਂ ਬਾਅਦ ਸੋਲਿਊਸ਼ਨ ਦੇ ਵਿੱਚ ਅਸੀਂ 3 ਕਾਲਮ ਬਣਾਵਾਂਗੇ ਇਹਦੇ ਵਿੱਚ। ਤਾਂ ਜੋ ਵੀ ਪੋਕਟ ਅਲਾਊਂਸ ਦਿੱਤੇ ਹੋਏ ਨੇ ਉਹਨਾਂ ਨੂੰ ਸੀਰੀਅਲ ਵਾਈਜ਼ ਲਿਖ ਕੇ, ਅਸੀਂ ਸੀਰੀਅਲ ਵਾਈਜ਼ ਦਾ ਮਤਲਬ ਇਹ ਨਹੀਂ ਕਿ ਤੁਸੀਂ ਚੜ੍ਹਦੇ ਜਾਂ ਉਤਰਦੇ ਕ੍ਰਮ ਅਨੁਸਾਰ ਲਿਖਣਾ ਤਾਂ ਸੇਮ ਪ੍ਰੋਸੈਸ ਦੇ ਵਿੱਚ ਹੀ ਹੈ, ਪਰ ਅਸੀਂ ਨੰਬਰਿੰਗ ਦੇ ਲਾਂਗੇ। ਤਾਂ ਪਹਿਲੇ ਨੂੰ 1, ਫਿਰ 2, 3, 4, 5 ਇਸ ਤਰ੍ਹਾਂ ਨਾਲ 10 ਜਿਹੜੇ ਨੇ ਨੰਬਰ ਲਿਖ ਲਾਂਗੇ ਅਸੀਂ, ਅਤੇ ਟੋਟਲ ਨੰਬਰ 10 ਹੋਣਗੇ, n 10 ਹੋ ਜੂਗੀ। ਇਸੇ ਤਰ੍ਹਾਂ ਅਗਲਾ ਕਾਲਮ ਬਣੂਗਾ ਪੋਕਟ ਅਲਾਊਂਸ, ਜਿਹੜੀ ਸਾਨੂੰ ਰਕਮ ਦਿੱਤੀ ਹੋਈ ਆ x ਕਾਲਮ ਬਣੂਗਾ ਇਹ। ਤਾਂ ਇਹਦੇ 'ਚ ਸੇਮ ਅਸੀਂ ਇਹਨੂੰ ਸਾਹਮਣੇ ਸਾਹਮਣੇ ਲਿਖਾਂਗੇ, ਇਹਦੀਆਂ ਜਿਹੜੇ ਡਿਜਿਟ ਹੈਗੇ ਨੇ, ਆਈਟਮ ਜੋ ਵੀ ਹੈਗੀਆਂ ਨੇ। ਤੀਸਰਾ ਕਾਲਮ ਸਾਡਾ ਬਣੂਗਾ ਡੈਵੀਏਸ਼ਨ ਫਰੋਮ ਅਜ਼ਿਊਮਡ ਮੀਨ, ਡੀ ਵਾਲਾ ਕਾਲਮ ਅਕਸਰ ਕਿਹਾ ਜਾਂਦਾ ਇਹਨੂੰ। ਇਹ ਕਾਲਮ ਕਿਵੇਂ ਬਣੂਗਾ, ਸਿਰਫ ਇਹੀ ਸਮਝਣ ਦੀ ਗੱਲ ਹੈ ਇਹਦੇ ਵਿੱਚ। ਤਾਂ ਅਸੀਂ ਕੀ ਕਰਨਾ ਹੈ, ਐਕਸ ਦੇ ਵਿੱਚੋਂ ਕੋਈ ਵੀ ਅਜ਼ਿਊਮ ਕਰ ਲੈਣੀ ਹੈ ਰਕਮ। ਕੋਸ਼ਿਸ਼ ਇਹ ਕਰਨੀ ਆ ਕਿ ਮਾਈਨਸ ਅਤੇ ਪਲੱਸ ਦੇ ਤਕਰੀਬਨ ਠੀਕ ਆ ਜਾਣ ਡਿਜਿਟ, ਕਿਉਂਕਿ ਜੇ ਅਸੀਂ ਪਹਿਲੀਆਂ ਦੇ ਵਿੱਚੋਂ ਮੰਨਾਂਗੇ ਤਾਂ ਉਹ ਸਹੀ ਨਹੀਂ ਆਉਂਦੀਆਂ ਕੈਲਕੂਲੇਸ਼ਨਸ। ਤਾਂ ਅਸੀਂ ਥੋੜ੍ਹੀ ਜਿਹੀ ਵੱਡੀ ਰਕਮ ਜਿਹੜੀ ਆ ਮੰਨਦੇ ਹੁੰਦੇ ਹਾਂ। ਤਾਂ ਇਸ ਤਰ੍ਹਾਂ ਅਸੀਂ 40 ਨੂੰ ਅਜ਼ਿਊਮ ਕਰ ਲਿਆ ਕਿ ਇਹ ਮੀਨ ਹੋ ਸਕਦਾ ਹੈ। ਤਾਂ ਅਗਲਾ ਕਾਲਮ ਬਣੂਗਾ ਤੁਹਾਡਾ। ਤਾਂ ਇੱਥੇ ਤੁਸੀਂ ਕੀ ਕਰਨਾ ਹੈ, ਜਿਹੜਾ 15 ਮਾਈਨਸ 40, 15 ਹੈਗੀ ਐਕਸ, ਕਿਉਂਕਿ ਸਾਡੇ ਕੋਲ ਫਾਰਮੂਲਾ ਹੈ ਜਿਹੜਾ ਉਹ ਐਕਸ ਮਾਈਨਸ ਏ ਦਾ ਹੈ। ਤਾਂ ਐਕਸ ਚੇਂਜ ਕਰੀ ਜਾਣੀ ਹੈ ਤੁਸੀਂ ਇੱਥੇ, ਅਤੇ ਜਿਹੜੀ ਏ ਆ ਉਹ ਸੇਮ ਰਹੂਗੀ ਸਾਰੇ ਕਿਤੇ। ਐਕਸ ਚੇਂਜ ਹੋਊਗੀ, ਐਕਸ ਕਿਹਦੇ ਮੁਤਾਬਕ ਚੇਂਜ ਹੋਊਗੀ, ਐਕਸ ਇਸ ਕਾਲਮ ਦੇ ਮੁਤਾਬਕ ਚੇਂਜ ਹੋਊਗੀ ਤੁਹਾਡੀ, ਠੀਕ ਹੈ ਜੀ। ਤਾਂ ਐਕਸ ਹੈਗੀ ਸਾਡੇ ਕੋਲ 15, 20, 30, ਇਹ ਮਾਈਨਸ ਕਰੀ ਜਾਣਾ ਹੈ। ਤਾਂ ਇਹ ਜਿਹੜੀ ਸਾਡੀ ਕੈਲਕੂਲੇਸ਼ਨ ਆ, ਕਿਉਂਕਿ ਅਸੀਂ ਛੋਟਾ ਡਿਜਿਟ ਵੱਡੇ ਡਿਜਿਟ 'ਚੋਂ ਘਟਾ ਲੈਂਦੇ ਹੁੰਦੇ ਅਕਸਰ, ਪਰ ਜਦੋਂ ਵੱਡਾ ਡਿਜਿਟ ਛੋਟੇ 'ਚੋਂ ਘਟਾਉਂਦੇ ਤਾਂ ਮਾਈਨਸ ਦਾ ਸਾਈਨ ਲੱਗਦਾ ਏ। ਤਾਂ ਇਹ ਕਾਲਮ ਦੇ ਵਿੱਚ ਇਸ ਤਰ੍ਹਾਂ ਕਰਨਾ ਹੈ ਤੁਸੀਂ, 15 ਚੋਂ 40 ਕੱਢੇ, ਮਾਈਨਸ ਦੇ 25, ਮਾਈਨਸ ਦੇ 20, ਮਾਈਨਸ ਦੇ 10, ਇਸ ਤਰ੍ਹਾਂ ਨਾਲ ਇਹ ਕਾਲਮ ਤੁਹਾਡਾ ਸਾਰਾ ਹੀ ਬਣ ਜਾਏਗਾ। ਤਾਂ ਪਲੱਸ ਵਾਲੇ ਅੱਡ ਜੋੜ ਲੈਣੇ ਨੇ, ਮਾਈਨਸ ਵਾਲੇ ਅੱਡ ਕੈਲਕੂਲੇਟ ਕਰ ਲੈਣੇ ਨੇ। ਤਾਂ ਫਾਈਨਲ ਦੇ ਵਿੱਚ ਇਹਨਾਂ ਦੀ ਕੈਲਕੂਲੇਸ਼ਨ ਹੋਊਗੀ ਤੁਹਾਡੀ, ਜਿਹੜੇ ਮਾਈਨਸ ਵਾਲੇ ਨੇ ਅਤੇ ਪਲੱਸ ਵਾਲੇ ਨੇ ਉਹਨਾਂ ਨੂੰ ਐਡ ਮਾਈਨਸ ਕਰਾਂਗੇ ਅਸੀਂ। ਤਾਂ ਮਾਈਨਸ ਦਾ 60 ਆ ਗਏ ਇਸ ਕਾਲਮ ਦੇ ਵਿੱਚ। ਤਾਂ ਸਾਡੇ ਕੋਲ ਫਾਰਮੂਲਾ ਹੈਗਾ ਐਕਸ ਬਾਰ ਮੀਨਸ ਮੀਨ, ਏ ਪਲੱਸ ਈ ਡੀ ਅਸੀਂ ਸਮਿਸ਼ਨ ਦਾ ਸਾਈਨ ਹੁੰਦਾ ਇਹਨੂੰ, ਈ ਪੁੱਠੀ ਜਿਹੜਾ ਵੀ ਈ ਲਿਖਦੇ ਹਾਂ ਅਸੀਂ। ਤਾਂ ਸਮਿਸ਼ਨ ਡੀ ਓਵਰ ਐਨ, 40 ਪਲੱਸ, ਕਿਉਂਕਿ ਦੋ ਸਾਈਨ ਇਕੱਠੇ ਹੋ ਰਹੇ ਨੇ ਅਸੀਂ ਬ੍ਰੈਕਟ ਪਾਇਆ, ਮਾਈਨਸ 60 ਓਵਰ 10, 40 ਪਲੱਸ ਮਾਈਨਸ 60 6, ਅਤੇ 40 ਚੋਂ 6 ਕੱਢੇ 34। ਤਾਂ ਸਿੰਪਲ ਤਰੀਕੇ ਨਾਲ ਜਿਹੜਾ ਇਹ ਅਜ਼ਿਊਮਡ ਮੀਨ ਆ ਜਿਹੜਾ ਉਹ ਅਨਗਰੁੱਪਡ ਡਾਟੇ ਦਾ ਰਾਹ ਸਕੋਰਸ ਦਾ ਅਸੀਂ ਇਸ ਤਰ੍ਹਾਂ ਹੀ ਕੱਢਦੇ ਹਾਂ। ਤਾਂ ਅੱਗੇ ਅਸੀਂ ਨੈਕਸਟ ਗਰੁੱਪਡ ਡਾਟੇ ਦੇ 2 ਮੈਥਡ ਕਰ ਰਹੇ ਹਾਂ। ਤਾਂ ਗਰੁੱਪਡ ਡਾਟਾ ਦੇ ਵਿੱਚ ਡਿਸਕ੍ਰੀਟ ਫ੍ਰੀਕੁਐਂਸੀ ਸੀਰੀਜ਼ ਅਤੇ ਕੰਟੀਨਿਊਸ ਫ੍ਰੀਕੁਐਂਸੀ ਸੀਰੀਜ਼ ਸਾਨੂੰ ਦਿੱਤੀਆਂ ਵੀਆਂ ਹੋ ਸਕਦੀਆਂ ਨੇ। 2 ਤਰੀਕੇ ਨੇ ਇਹਦੇ। ਤਾਂ ਡਿਸਕ੍ਰੀਟ ਸੀਰੀਜ਼ ਸਭ ਤੋਂ ਪਹਿਲਾਂ ਦੇਖਦੇ ਹਾਂ। ਇਹਦੇ ਵਿੱਚ ਫ਼ਰਕ ਕੀ ਹੁੰਦਾ ਰਕਮ ਦੇ ਵਿੱਚ, ਜਿਵੇਂ ਅਸੀਂ ਪਹਿਲਾਂ ਰਾਸ ਕੋਰਸ ਦੇ ਵਿੱਚ ਕੀਤਾ ਹੈ, ਉਹਦੇ ਵਿੱਚ ਇਹ ਸੀਗਾ ਕਿ ਸਾਨੂੰ ਸਿਰਫ ਇੱਕ ਕਾਲਮ ਦਿੱਤਾ ਹੋਇਆ ਸੀ। ਹੁਣ ਸਾਨੂੰ ਫ੍ਰੀਕੁਐਂਸੀ ਜਾਂ 2 ਕਾਲਮ ਦਿੱਤੇ ਹੋ ਸਕਦੇ ਨੇ,
ਦਿੱਤੇ ਹੋਣਗੇ ਤਾਂ ਵੇਜਿਸ ਆਫ 19 ਵਰਕਰਸ ਅਸੀਂ ਐਗਜ਼ਾਮਪਲ ਲਈ ਆ 19 ਵਰਕਰਸ ਦੀਆਂ ਜਿਹੜੀਆਂ ਮਜ਼ਦੂਰੀਆਂ ਨੇ ਉਹਨਾਂ ਨੂੰ ਰੁਪਈਆਂ ਦੇ ਵਿੱਚ ਲਿਆਏ ਤਾਂ ਇਹਦਾ ਸੋਲਿਊਸ਼ਨ ਕੀ ਆ। ਇਹਦੇ ਵਿੱਚ 4 ਕਾਲਮਸ ਬਣਨਗੇ, ਪਹਿਲਾਂ 3 ਕਾਲਮਸ ਬਣਦੇ ਸੀ। ਤਾਂ ਵੇਜਿਸ ਜਿਹੜੀਆਂ ਨੇ ਦਿੱਤੀਆਂ ਹੋਈਆਂ ਸਾਨੂੰ ਉਹਨੂੰ ਐਕਸ ਮੰਨ ਲੈਣਾ ਹੈ, ਨੰਬਰ ਆਫ ਵਰਕਰਸ ਨੂੰ ਐਫ ਮੰਨ ਲੈਣਾ ਹੈ। ਤਾਂ ਜਿਹੜਾ ਨੰਬਰ ਆਫ ਵਰਕਰਸ ਦਾ ਜੋੜ ਆ 19 ਆ, ਦਿੱਤਾ ਵੀ ਹੋਇਆ ਸਾਨੂੰ, ਵੈਸੇ ਵੀ ਤੁਸੀਂ ਕਰਕੇ ਦੇਖ ਸਕਦੇ ਹੋ। ਸਬਮਿਸ਼ਨ ਐਫ ਨਾਲ ਲਿਖ ਲੈਣਾ ਇਹਨੂੰ। ਇਸ ਤੋਂ ਬਾਅਦ ਡੈਵੀਏਸ਼ਨ ਵਾਲਾ ਪੁਆਇੰਟ ਲਿਖਣਾ ਹੈ x ਮਾਈਨਸ ਏ, ਜਿਵੇਂ ਅਸੀਂ ਪਹਿਲਾਂ ਵੀ ਕੀਤਾ। ਤਾਂ ਸਾਡੇ ਕੋਲ ਇੱਥੇ ਸਵਾਲ ਖਤਮ ਨਹੀਂ ਹੁੰਦਾ, ਕਿਉਂਕਿ ਪਹਿਲਾ ਸਵਾਲ ਸਾਡੇ ਕੋਲ ਇੱਥੇ ਹੀ ਖਤਮ ਹੋ ਜਾਂਦਾ ਸੀ। ਅਸੀਂ ਅੱਗੇ ਸਟੈਪ ਕਰਨਾ ਮਲਟੀਪਲਸ ਆਫ ਡੈਵੀਏਸ਼ਨ ਐਂਡ ਫ੍ਰੀਕੁਐਂਸੀ ਐਫ ਡੀ। ਤਾਂ ਇਹਦੇ ਵਿੱਚ ਅਸੀਂ ਕੀ ਕਰਾਂਗੇ ਹੁਣ ਅਸੀਂ ਫ੍ਰੀਕੁਐਂਸੀ ਤੇ ਡੈਵੀਏਸ਼ਨ ਵਾਲੇ ਕਾਲਮ ਨੂੰ ਮਲਟੀਪਲਾਈ ਕਰਦੇ ਜਾਵਾਂਗੇ। ਜਿਵੇਂ 4 ਮਲਟੀਪਲਾਈ ਬਾਈ -20 -80, 5 ਮਲਟੀਪਲਾਈ ਬਾਈ -10 -50, ਇਸੇ ਤਰੀਕੇ ਨਾਲ ਪਲੱਸ ਵਾਲੇ ਵੀ। ਤਾਂ ਇਹਨਾਂ ਨੂੰ ਅਲੱਗ ਤੋਂ ਜਿਹੜਾ ਇਹ ਐਡ ਕਰਾਂਗੇ ਮਾਈਨਸ ਤੇ ਪਲੱਸ ਵਾਲਿਆਂ ਨੂੰ, ਤੇ ਸਾਡੇ ਕੋਲ ਸਬਮਿਸ਼ਨ ਐਫ ਡੀ ਕੀ ਆ ਗਿਆ -10। ਤਾਂ ਇਸੇ ਤਰ੍ਹਾਂ ਫਾਰਮੂਲਾ ਲਗਾਉਂਦੇ ਜਾਵਾਂਗੇ ਅਸੀਂ ਐਕਸ ਬਾਰ ਜਾਂ ਮੀਨ ਏ ਪਲੱਸ ਸਬਮਿਸ਼ਨ ਐਫ ਡੀ ਓਵਰ ਐਫ। ਤਾਂ ਸਾਡੇ ਕੋਲ ਇਹ ਕੈਲਕੂਲੇਸ਼ਨ ਆਉਂਦੀਆਂ ਨੇ ਸਬਮਿਸ਼ਨ ਐਫ ਡੀ -10/19। ਤਾਂ ਇਸ ਤਰ੍ਹਾਂ 10/, ਇੱਥੇ ਇੱਕ ਗੱਲ ਧਿਆਨ ਦੇਣ ਯੋਗ ਆ ਕਿ 10/19 ਜਿਵੇਂ ਸਾਡੇ ਕੋਲ ਸਿਚੁਏਸ਼ਨ ਆਈ ਆ, ਤਾਂ ਅਸੀਂ ਇਹਨੂੰ ਪਹਿਲਾਂ ਪੁਆਇੰਟ ਦੇ ਵਿੱਚ ਲੈ ਕੇ ਆਵਾਂਗੇ, ਫਿਰ ਪਲੱਸ ਮਾਈਨਸ ਕਰਾਂਗੇ। ਤਾਂ ਕਈ ਬੱਚੇ ਕੀ ਕਰਦੇ ਨੇ, ਐਲਸੀਐਮ ਵਗੈਰਾ ਲੈ ਕੇ ਕੱਢਣ ਦੀ ਕੋਸ਼ਿਸ਼ ਕਰਦੇ ਨੇ, ਉੱਥੇ ਕੈਲਕੂਲੇਸ਼ਨਸ ਲੰਬੀਆਂ ਹੋ ਜਾਂਦੀਆਂ ਨੇ। ਤੁਸੀਂ ਕੋਸ਼ਿਸ਼ ਕਰੋ ਕਿ ਛੋਟੀਆਂ ਤੋਂ ਛੋਟੀਆਂ ਕੈਲਕੂਲੇਸ਼ਨਸ ਹੋਣ ਤਾਂ ਕਿ ਗਲਤੀ ਘੱਟ ਹੋਵੇ। ਤਾਂ ਇੱਥੇ ਅਸੀਂ 10/19 ਨੂੰ -30 - 0.53 ਦੇ ਵਿੱਚ ਉਹ ਕਰਾਂਗੇ, ਲਿਖਾਂਗੇ। ਤਾਂ ਜਿਹੜੀ ਐਵਰੇਜ ਬੇਸ ਆ ਗਈ ਸਾਡੇ ਕੋਲ 29.47। ਤਾਂ ਅੱਗੇ ਅਸੀਂ ਨੈਕਸਟ ਕਰਦੇ ਹਾਂ। ਅੱਗੇ ਸਾਡਾ ਅਸਿਊਮਡ ਮੀਨ ਆ ਜਿਹੜਾ ਉਹ ਕੰਟੀਨਿਊਸ ਸੀਰੀਜ਼ ਦੇ ਵਿੱਚ ਆ। ਇੱਥੇ ਫਰਕ ਕੀ ਆ, ਇੱਥੇ ਸਾਡੇ ਕੋਲ ਕਲਾਸ ਇੰਟਰਵਲਸ ਦਿੱਤੇ ਹੋਣਗੇ, ਕੈਟਾਗਰੀ ਬਣਾਈ ਵੀ ਹੋਊਗੀ 0 ਤੋਂ 10। ਇਹ ਤੁਹਾਡੀ ਰਕਮ ਆ। ਮਾਰਕਸ ਆਫ ਸਟੂਡੈਂਟਸ ਇਨ ਇੰਗਲਿਸ਼ ਟੈਸਟ 0 to 10, 10 to 20, 20 to 30, 30 to 40, 40 to 50। ਤੇ ਨੰਬਰ ਆਫ ਸਟੂਡੈਂਟਸ ਕਿੰਨੇ ਨੇ ਇਹ ਤੁਹਾਨੂੰ ਦਿੱਤੇ ਹੋਏ ਨੇ। ਤਾਂ ਇਸ ਤੋਂ ਬਾਅਦ ਅਸੀਂ ਸੋਲਿਊਸ਼ਨ ਦੇ ਵਿੱਚ ਇੱਥੇ 5 ਕਾਲਮਸ ਬਣਨਗੇ ਸਾਡੇ ਕੋਲ। ਉੱਥੇ ਕੀ ਸੀ, ਪਹਿਲੇ 'ਚ 3, ਦੂਸਰੇ 'ਚ 4 ਤੇ ਤੀਸਰੇ 'ਚ 5। ਮੈਥਡ ਉਹੀ ਆ, ਅਸਿਊਮਡ ਮੀਨ ਮੈਥਡ। ਤਾਂ ਮਾਰਕਸ ਨੂੰ ਅਸੀਂ ਕਲਾਸ ਇੰਟਰਵਲਸ ਨੂੰ ਲਿਖ ਲਿਆ। ਉਸ ਤੋਂ ਬਾਅਦ ਅਸੀਂ ਇੱਕ ਬਣਾਵਾਂਗੇ ਮਿਡ ਵੈਲਿਊਜ਼ ਦਾ ਪੁਆਇੰਟ। ਫਰਕ ਕੀ ਹੈ ਇੱਥੇ, ਤਾਂ ਜਿਹੜਾ ਕੰਟੀਨਿਊਸ ਸੀਰੀਜ਼ ਦੇ ਵਿੱਚ ਅਸੀਂ ਮਿਡ ਵੈਲਿਊ ਕੱਢ ਲੈਂਦੇ ਹਾਂ, ਤੇ ਅਗਲੇ 4 ਕਾਲਮ ਸੇਮ ਪਿਛਲੇ ਵਾਲੇ ਦੇ ਪ੍ਰੋਸੈਸ ਦੇ ਹੋਣਗੇ ਤੁਹਾਡੇ। ਤਾਂ ਮਿਡ ਵੈਲਿਊ ਕਿਵੇਂ ਕੱਢਣੀ ਆ, ਲੋਅਰ ਪਲੱਸ ਅਪਰ ਲਿਮਟ ਓਵਰ 2, L1 ਪਲੱਸ L2 ਓਵਰ 2। ਤਾਂ ਇੱਥੇ ਲੋਅਰ ਲਿਮਟ ਛੋਟੀ ਇੱਕ ਕਲਾਸ ਇੰਟਰਵਲ ਨੂੰ ਲੈਣਾ ਹੈ। ਤਾਂ 1 by 1 ਲੈ ਕੇ ਤੁਸੀਂ ਇਹ ਸਾਰੇ ਕਰ ਸਕਦੇ ਹੋ। L1 ਪਲੱਸ L2 ਓਵਰ 2 ਹਰੇਕ ਦੇ ਵਿੱਚ ਕਰਦੇ ਜਾਣਾ ਹੈ। ਨੰਬਰ ਆਫ ਸਟੂਡੈਂਟ ਸਾਨੂੰ ਦਿੱਤੀ ਹੋਈ ਆ ਫ੍ਰੀਕੁਐਂਸੀ ਐਫ। ਇਸ ਤੋਂ ਬਾਅਦ ਡੈਵੀਏਸ਼ਨ ਤਾਂ ਡੈਵੀਏਸ਼ਨ ਵਾਲਾ ਪੁਆਇੰਟ ਹੈਗਾ ਜਿਹੜਾ ਅਸਿਊਮਡ ਮੀਨ ਤੋਂ D = x - a ਸੇਮ। ਤਾਂ ਸਾਡੇ ਕੋਲ A ਕੀ ਆ 25 ਮੰਨ ਲਈ ਅਸੀਂ। ਤਾਂ ਇਸ ਤਰ੍ਹਾਂ ਇਹਨੂੰ ਕੈਲਕੂਲੇਟ ਕਰਦੇ ਜਾਣਾ ਹੈ ਸੇਮ। ਇਸ ਤੋਂ ਬਾਅਦ ਮਲਟੀਪਲਸ ਕੱਢਣੇ ਨੇ ਮਿਡ ਵੈਲਿਊਜ਼ ਤੇ ਫ੍ਰੀਕੁਐਂਸੀ ਦੇ। ਫ੍ਰੀਕੁਐਂਸੀ D ਡੈਵੀਏਸ਼ਨ ਵਾਲੀ। ਤਾਂ ਇੱਥੇ ਤੁਸੀਂ ਜਿਵੇਂ 20 ਨੂੰ ਮਲਟੀਪਲਾਈ, ਤਾਂ ਇਸ ਤਰ੍ਹਾਂ ਕੈਲਕੂਲੇਸ਼ਨ ਤੁਸੀਂ ਦੇਖ ਸਕਦੇ ਹੋ। 24
ਮਲਟੀਪਲਾਈ ਬਾਈ 10। ਤਾਂ ਇਹ ਦੋਨੇ ਕਾਲਮ ਨੇ ਜਿਹੜੇ ਤੁਸੀਂ ਜਿਹੜੇ ਇਹ ਕਾਲਮ ਨੇ ਇਹ ਤੇ ਇਹਨਾਂ ਨੂੰ ਮਲਟੀਪਲਾਈ ਕਰਦੇ ਜਾਣਾ ਹੈ। 0 ਨੂੰ ਇਸ ਦੇ ਨਾਲ, ਇਹਨੂੰ ਤੇ ਇਹਨੂੰ, ਇਹਨੂੰ ਤੇ ਇਹਨੂੰ, ਫਿਰ ਅੱਗੇ ਆ ਜਾਊਗਾ ਤੁਹਾਡਾ। ਤਾਂ ਇਸ ਤਰ੍ਹਾਂ ਨਾਲ ਇਹ ਸਾਰਾ ਜਿਹੜਾ ਇਹ ਪ੍ਰੋਸੈਸ ਪੂਰਾ ਹੋ ਜਾਊਗਾ। ਤਾਂ ਇੱਥੇ ਸਮਿਸ਼ਨ ਐਫ ਡੀ, ਕਿਉਂਕਿ ਐਫ ਡੀ ਤੇ ਐਫ ਤਾਂ ਸੇਮ ਆਈ ਜਾਂਦਾ, ਸਾਡੇ ਕੋਲ ਢੰਗ ਅਲੱਗ-ਅਲੱਗ ਆ, ਰਕਮਾਂ ਅਲੱਗ-ਅਲੱਗ ਨੇ, ਤਾਂ ਸੀਰੀਜ਼ ਅਲੱਗ-ਅਲੱਗ ਨੇ ਸਾਡੇ ਕੋਲ। ਜਿਹੜੀ ਅਜ਼ਿਊਮਡ ਮੀਨ ਮੈਥਡ ਆ ਇਹ ਸੇਮ ਤੁਹਾਡਾ ਫਾਰਮੂਲਾ ਹੈ ਸਾਰਿਆਂ ਦੇ ਵਿੱਚ ਹੀ। ਸਮਿਸ਼ਨ ਐਫ ਡੀ ਓਵਰ ਸਮਿਸ਼ਨ ਐਫ ਪਲੱਸ ਏ, ਔਰ ਇਹ ਅੱਗੇ ਵੀ ਲਿਖ ਸਕਦੇ ਹੋ। ਤਾਂ ਇਸ ਤਰ੍ਹਾਂ ਨਾਲ ਤੁਸੀਂ ਇਹਨੂੰ ਕੈਲਕੂਲੇਟ ਕਰ ਸਕਦੇ ਹੋ। ਤਾਂ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਤਿੰਨੇ ਜਿਹੜੇ ਮੈਥਡ ਨੇ ਅਜ਼ਿਊਮਡ ਮੀਨ ਵਾਲੇ ਉਹ ਸਮਝ ਆ ਗਏ ਹੋਣਗੇ। ਤਾਂ ਅੱਜ ਦੀ ਵੀਡੀਓ 'ਚ ਇੰਨਾ ਹੀ ਕਾਫੀ। ਅੱਗੇ ਫਿਰ ਅਗਲੀਆਂ ਕੈਲਕੂਲੇਸ਼ਨ ਕਰਾਂਗੇ, ਅਗਲਾ ਮੈਥਡ ਕਰਾਂਗੇ। ਬਣੇ ਰਹੋ। ਬੇਸਿਕ ਸਟੈਟਿਸਟਿਕਸ ਸਿੱਖਣ ਲਈ ਤਾਂ ਚੈਨਲ ਸਬਸਕ੍ਰਾਈਬ ਕਰੋ। ਅਤੇ ਇਹ ਜਿਹੜਾ ਵੀਡੀਓਜ਼ ਨੇ 9th ਔਨਵਰਡਸ ਤੁਹਾਡੀਆਂ ਕੰਮ ਆਉਣਗੀਆਂ, ਕਿਉਂਕਿ ਇਹ ਮੈਥਡਸ ਉਹਨਾਂ ਕਲਾਸਾਂ ਦੇ ਵਿੱਚ ਵੀ ਕੰਮ ਆਉਂਦੇ ਨੇ। ਤਾਂ ਬੇਸਿਕ ਸਟੈਟਿਸਟਿਕਸ ਸਿੱਖਣ ਲਈ ਬਣੇ ਰਹੋ ਵੀਡੀਓ ਦੇ ਨਾਲ। ਓਕੇ, ਥੈਂਕਸ।